ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਪ੍ਰੋਗਰਾਮ ਸਪੈਸ਼ਲ ਰਿਪੋਰਟ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਸਰਕਾਰਾਂ ਦਾ ਕੰਮ ਕੀ ਹੁੰਦਾ? ਸਰਕਾਰਾਂ ਦਾ ਕੰਮ ਹੁੰਦਾ ਲੋਕਾਂ ਨੂੰ ਨਿਆਂ ਦੇਣਾ, ਉਹਨਾਂ ਨੂੰ ਸਮਾਜਿਕ ਤੌਰ ਤੇ ਇਹ ਮਹਿਸੂਸ ਕਰਾਉਣਾ ਕਿ ਸਰਕਾਰ ਉਹਨਾਂ ਦੇ ਨਾਲ ਖੜੀ ਹੈ ਤੇ ਹਰ ਗੱਲ ਦੇ ਵਿੱਚ ਸਰਕਾਰ ਉਹਨਾਂ ਦੇ ਨਾਲ ਖੜੀ ਰਹੂਗੀ। ਉਹ ਕਿਸੇ ਵੀ ਮਾਮਲੇ ਦੇ ਵਿੱਚ ਉਲਝਣ, ਚਾਹੇ ਉਹਨਾਂ 'ਤੇ ਕੋਈ ਭੀੜ ਪਵੇ, ਚਾਹੇ ਉਹਨਾਂ ਨੂੰ ਕੋਈ ਠੱਗਣ ਦੀ ਕੋਸ਼ਿਸ਼ ਕਰੇ, ਚਾਹੇ ਕਿ ਉਹਨਾਂ ਨਾਲ ਧਾਰਮਿਕ ਤੌਰ 'ਤੇ, ਸਮਾਜਿਕ ਤੌਰ 'ਤੇ ਜਾਂ ਜਿਵੇਂ ਵੀ ਉਹਨਾਂ ਦੇ ਜਜ਼ਬਾਤਾਂ ਦੇ ਨਾਲ ਖੇਡਿਆ ਜਾਊਗਾ ਤਾਂ ਸਰਕਾਰ ਉਹਦੇ ਨਾਲ ਸਿੱਝੂਗੀ। ਇਸੇ ਕਰਕੇ ਤੁਹਾਨੂੰ ਅਕਸਰ ਹੀ ਤੁਸੀਂ ਵੇਖਦੇ ਹੋਵੋਗੇ ਕਿ ਜਦੋਂ ਬੰਦਾ ਕਿਸੇ ਮਾਮਲੇ ਦੇ ਵਿੱਚ ਕਿਸੇ ਨੂੰ ਹਾਰਮ ਕਰਦਾ, ਕਿਸੇ ਨੂੰ ਨੁਕਸਾਨ ਪਹੁੰਚਾਉਂਦਾ, ਚਾਹੇ ਉਹ ਸਰਕਾਰੀ ਜਾਇਦਾਦ ਨੂੰ ਨੁਕਸਾਨ ਪਹੁੰਚਾਉਂਦਾ, ਚਾਹੇ ਉਹ ਸਰਕਾਰੀ ਮੁਲਾਜ਼ਮ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰਦਾ, ਚਾਹੇ ਕਿਸੇ ਵੀ ਤਰੀਕੇ ਨਾਲ ਜਿੱਥੇ ਮਾੜੀ ਜਿਹੀ ਵੀ ਸਰਕਾਰ ਇਨਵੋਲਵ ਹੋ ਜਾਵੇ, ਜਾਂ ਕਿਸੇ ਹੋਰ ਮਾਮਲੇ ਦੇ ਵਿੱਚ ਜਿੱਥੇ ਕਿਤੇ ਵੀ ਇੰਡੀਵਿਜੂਅਲ ਦੇ ਮਾਮਲੇ ਦੇ ਵਿੱਚ ਇਹ ਸਰਕਾਰ ਨੂੰ ਲੱਗੇ ਕਿ ਇਹ ਜਿਹੜਾ ਮਾਮਲਾ ਹੈ ਇਹਦਾ ਇੰਡੀਵਿਜੂਅਲ ਨਹੀਂ ਗਾ, ਇਹ ਸਰਕਾਰ ਦਾ ਵੀ ਹੈ, ਤਾਂ ਉੱਥੇ ਵਰਸਸ ਸਟੇਟ ਹੋ ਜਾਂਦਾ। ਅਦਾਲਤੀ ਭਾਸ਼ਾ ਤੁਸੀਂ ਤੁਹਾਡੀ ਕਿਵੇਂ ਨਾ ਕਿਵੇਂ ਵਾਹ ਵਾਸਤਾ ਪੈਂਦਾ ਹੀ ਹੋਊਗਾ। ਉੱਥੇ ਕੋਈ ਵੀ ਬੰਦਾ ਜਿਹੜਾ ਕ੍ਰਿਮੀਨਲ ਹੁੰਦਾ ਉਹ ਵਰਸਸ ਸਟੇਟ ਗਿਣਿਆ ਜਾਂਦਾ ਕੁਝ ਕੁ ਮਾਮਲਿਆਂ ਦੇ ਵਿੱਚ, ਹਰ ਮਾਮਲੇ ਦੇ ਵਿੱਚ ਤਾਂ ਨਹੀਂ, ਚਲੋ ਆਪਾਂ ਕਹਿ ਸਕਦੇ। ਤਾਂ ਇਹ ਮੈਂ ਗੱਲਾਂ ਕਿਉਂ ਕਰ ਰਿਹਾ? ਨਿਆਂ ਦੀ, ਸਮਾਜਿਕ ਬਰਾਬਰੀ ਦੀ, ਭਰੋਸੇਯੋਗਤਾ ਦੀ, ਸਰਕਾਰਾਂ ਦੀ ਖੜਨ ਦੀ, ਕਿਉਂਕਿ ਰਾਮਦੇਵ ਦਾ ਮਾਮਲਾ ਇੱਕ ਅਜਿਹਾ ਮਾਮਲਾ ਜਿਸ ਮਾਮਲੇ ਦੇ ਵਿੱਚ ਸਰਕਾਰਾਂ ਫੇਲ, ਨਿਕੰਮੀਆਂ, ਫਾਡੀ ਤੇ ਇਹ ਕਹਿ ਸਕਦੇ ਹਾਂ ਕਿ ਸਰਕਾਰਾਂ ਇੱਕ ਤਰੀਕੇ ਦੇ ਨਾਲ ਇਸ ਪੂਰੇ ਪ੍ਰਕਰਨ ਦੇ ਵਿੱਚੋਂ ਗਾਇਬ ਨਜ਼ਰ ਆਈਆਂ ਨੇ। ਤੇ ਜਦੋਂ ਸਰਕਾਰਾਂ ਗਾਇਬ ਹੁੰਦੀਆਂ ਨੇ ਉਹਦੇ ਪਿੱਛੇ ਦੋ ਹੀ ਕਾਰਨ ਹੁੰਦੇ ਆ, ਜਾਂ ਤਾਂ ਕੋਈ ਸਿਆਸੀ ਮਜਬੂਰੀ ਹੁੰਦੀ ਹੈ, ਜਾਂ ਫਿਰ ਚੜਾਵਾ ਕਿ ਨਾ ਚੜ ਗਿਆ ਹੁੰਦਾ ਕਿ ਸਰਕਾਰ ਕੋਲੇ, ਸਰਕਾਰ ਦੇ ਤੰਤਰ ਦੇ ਵਿੱਚ ਬੋਲਣ ਦੀ ਹਿੰਮਤ ਨਹੀਂ ਹੁੰਦੀ ਤੇ ਬੰਦਾ ਉਹ ਚੌਧੇ ਵਾਲੇ ਲੋਕਾਂ ਦੇ, ਰਸੂਖਦਾਰ ਲੋਕਾਂ ਦੇ ਨੇੜੇ ਹੁੰਦਾ। ਹੁਣ ਇਹ ਗੱਲਾਂ ਰਾਮਦੇਵ ਨਾਲ ਜੁੜਦੀਆਂ ਕਿਵੇਂ ਨੇ? ਮੈਨੂੰ ਲੱਗਦਾ ਕਿ ਜੇਕਰ ਸੁਪਰੀਮ ਕੋਰਟ ਨਾ ਹੋਵੇ ਇਸ ਦੇਸ਼ ਦੇ ਵਿੱਚ, ਜਿਹਨੇ ਪਿਛਲੇ ਦਿਨੀ ਚੰਡੀਗੜ੍ਹ ਚੋਣ ਮਾਮਲੇ ਦੇ ਵਿੱਚ ਟਿੱਪਣੀ ਕੀਤੀ ਕਿ ਤੁਸੀਂ ਲੋਕਤੰਤਰ ਦਾ ਕਤਲ ਨਹੀਂ ਕਰ ਸਕਦੇ, ਚੋਣ ਬੌਂਡ ਨੂੰ ਕਿਹਾ ਕਿ ਤੁਸੀਂ ਠੱਗੀ ਨਹੀਂ ਮਾਰ ਸਕਦੇ ਲੋਕਾਂ ਦੇ ਨਾਲ, ਤੇ ਰਾਮਦੇਵ ਨੂੰ ਕਿਹਾ ਕਿ ਅੱਖੀ ਘੱਟਾ ਨਹੀਂ ਪਾ ਸਕਦੇ ਤੁਸੀਂ। ਰਾਮਦੇਵ ਨੂੰ ਲੰਘੇ ਕੁਛ ਮਹੀਨਿਆਂ ਦੇ ਵਿੱਚ, ਜੇਕਰ ਮੈਂ ਜਾਵਾਂ 29 ਫਰਵਰੀ ਨੂੰ ਇੱਕ ਸੁਣਵਾਈ ਹੋਈ ਸੀ, 28 ਫਰਵਰੀ ਦੇ ਗੇੜ ਦੇ ਵਿੱਚ, ਤਾਂ ਉਦੋਂ ਇੱਕ ਸੁਣਵਾਈ ਹੋਈ ਸੀ ਰਾਮਦੇਵ ਦੀ ਇਸੇ ਤਰ੍ਹਾਂ ਗੁੰਮਰਾਹਕੁਨ ਇਸ਼ਤਿਹਾਰਬਾਜ਼ੀ ਨੂੰ ਲੈ ਕੇ। ਪਤੰਜਲੀ ਆਯੁਰਵੇਦ ਦੀ ਗੁੰਮਰਾਹਕੁਨ ਇਸ਼ਤਿਹਾਰਬਾਜ਼ੀ ਦਾ ਨੋਟਿਸ ਲੈਂਦਿਆਂ ਸੁਪਰੀਮ ਕੋਰਟ ਨੇ ਕੰਪਨੀ ਤੇ ਉਹਦੇ ਪ੍ਰਬੰਧਕੀ ਨਿਰਦੇਸ਼ਕ ਜਿਹੜੇ ਆਚਾਰੀਆ ਬਾਲਕ੍ਰਿਸ਼ਨ ਹੈ, ਇਹਨੂੰ ਮਾਣਹਾਨੀ ਦਾ ਨੋਟਿਸ ਜਾਰੀ ਕੀਤਾ ਸੀਗਾ। ਤੇ ਨਾਲ ਹੀ ਇਹ ਕਹਿੰਦੇ ਸੀਗੇ ਕਿ ਤੁਹਾਡੇ ਵਿਹਾਰ ਤੋਂ ਪਤਾ ਲੱਗਦਾ ਕਿ ਤੁਸੀਂ ਅੱਖੀ ਘੱਟਾ ਪਾ ਰਹੇ ਹੋ। ਇੰਡੀਅਨ ਮੈਡੀਕਲ ਐਸੋਸੀਏਸ਼ਨ ਵੱਲੋਂ ਦਾਇਰ ਇੱਕ ਪਟੀਸ਼ਨ ਤੇ ਸੁਣਵਾਈ ਕਰਦਿਆਂ ਅਦਾਲਤ ਨੇ ਕਿਹਾ ਸੀਗਾ ਕਿ ਸਥਿਤੀ ਗੰਭੀਰ ਹੈ, ਕੰਪਨੀ ਨੂੰ ਵਾਰ-ਵਾਰ ਚੇਤਾਵਨੀਆਂ ਦਿੱਤੇ ਜਾਣ ਦੇ ਬਾਵਜੂਦ ਗੁੰਮਰਾਹਕੁਨ ਇਸ਼ਤਿਹਾਰ ਨਸ਼ਰ ਕਰਨ ਦਾ ਸਿਲਸਿਲਾ ਰੁਕ ਨਹੀਂ ਰਿਹਾ। ਸੁਪਰੀਮ ਕੋਰਟ ਨੇ ਪਿਛਲੇ ਸਾਲ ਨਵੰਬਰ ਦੇ ਵਿੱਚ ਵੀ ਪਤੰਜਲੀ ਕੰਪਨੀ ਨੂੰ ਚੇਤਾਵਨੀ ਦਿੱਤੀ ਸੀ ਕਿ ਉਸ ਵੱਲੋਂ ਆਪਣੀਆਂ ਹਰਬਲ ਦਵਾਈਆਂ ਦੇ ਕਾਰਗਰ ਹੋਣ ਨੂੰ ਲੈ ਕੇ ਕੀਤੇ ਜਾਂਦੇ ਹਰੇਕ ਝੂਠੇ ਦਾਅਵੇ ਦੇ ਬਦਲੇ 1 ਕਰੋੜ ਰੁਪਏ ਦਾ ਜੁਰਮਾਨਾ ਕੀਤਾ ਜਾਊਗਾ। ਉਸ ਤੋਂ ਲੈ ਕੇ ਹੁਣ ਤੱਕ, ਫਰਵਰੀ ਤੋਂ ਲੈ ਕੇ ਹੁਣ ਤੱਕ, ਆਪਾਂ ਅਪ੍ਰੈਲ ਦੇ ਵਿੱਚ ਖੜੇ ਹਾਂ, ਅਪ੍ਰੈਲ ਵੀ ਤਕਰੀਬਨ ਆਪਣੇ ਅਖੀਰਲੇ ਪੜਾਅ ਵੱਲ ਨੂੰ ਹੈ ਅਪ੍ਰੈਲ ਦੇ ਵਿੱਚ, ਤਾਂ ਸੁਪਰੀਮ ਕੋਰਟ ਦੇ ਵਿੱਚ ਜਿੰਨੀਆਂ ਸੁਣਵਾਈਆਂ ਹੋਈਆਂ, ਸੁਪਰੀਮ ਕੋਰਟ ਨੇ ਇਸ ਬੰਦੇ ਦੀ ਲਾਪਾ ਕੀਤੀ। ਇੱਥੋਂ ਤੱਕ ਇਹਨੂੰ ਕਿਹਾ ਕਿ ਜਿਵੇਂ ਤੂੰ ਅਖਬਾਰਾਂ ਦੇ ਵਿੱਚ ਇਸ਼ਤਿਹਾਰ ਦਿੱਤੇ ਆ, ਤੂੰ ਜਿਵੇਂ ਅਖਬਾਰਾਂ ਦੇ ਵਿੱਚ ਲਵਾਊ ਇਸ਼ਤਿਹਾਰ ਦਿੱਤੇ, ਉਵੇਂ ਅਖਬਾਰਾਂ ਦੇ ਵਿੱਚ ਮਾਫੀ ਮੰਗ। ਇਹ ਬਹੁਤ ਵੱਡੀ ਟਿੱਪਣੀ ਸੀ ਸੁਪਰੀਮ ਕੋਰਟ ਦੀ, ਪਰ ਇਸ ਬੰਦੇ ਨੇ ਇੱਕ ਨਿੱਕੇ ਜਿਹੇ ਕਾਲਮ ਦੇ ਵਿੱਚ ਮਾਫੀ ਮੰਗੀ। ਬਾਅਦ ਦੇ ਵਿੱਚ ਸੁਪਰੀਮ ਕੋਰਟ ਨੇ ਇਹਨੂੰ ਕਿਹਾ ਕਿ ਐਦਾਂ ਮਾਫੀ ਨਹੀਂ, ਜਿਵੇਂ ਤੇਰੇ ਇਸ਼ਤਿਹਾਰ ਵੱਡੇ ਵੱਡੇ ਜਾਂਦੇ ਸੀ ਉਸ ਤਰੀਕੇ ਦੀ ਮਾਫੀ ਤੈਨੂੰ ਮੰਗਣੀ ਪਊਗੀ ਆਪਣੇ ਇਸ਼ਤਿਹਾਰਾਂ ਦੇ ਮਾਮਲੇ ਦੇ ਵਿੱਚ। ਹੁਣ ਇਹ ਤਾਂ ਸੀਗੀ ਜਦੋਂ ਇਹਨਾਂ ਨੂੰ ਕਿਹਾ ਗਿਆ ਕਿ ਤੁਹਾਨੂੰ ਹਰੇਕ ਝੂਠੇ ਦਾਅਵੇ ਦੇ ਬਦਲੇ ਅਸੀਂ 1 ਕਰੋੜ ਰੁਪਏ ਦਾ ਜੁਰਮਾਨਾ ਕਰਾਂਗੇ ਤੇ ਤੁਸੀਂ ਅੱਖੀ ਘੱਟਾ ਨਹੀਂ ਪਾ ਸਕਦੇ ਲੋਕਾਂ ਦੇ। ਜੇ ਪੰਜਾਬੀ 'ਚ ਕਹਿਣਾ ਹੋਵੇ ਤਾਂ ਸਿੱਧਾ ਕਿਹਾ ਕਿ ਬੰਦੇ ਦੇ ਪੁੱਤ ਬਣ ਜਾਓ। ਖੈਰ, ਹੁਣ ਇਹ ਵਾਰਡਿੰਗ ਤਾਂ ਕੋਰਟ ਦੀ ਹੋ ਨਹੀਂ ਨਾ ਸਕਦੀ, ਤਾਂ ਆਪਾਂ ਕਹਿ ਸਕਦੇ ਹਾਂ। ਇਹਦੇ ਨਾਲ ਹੀ ਅਦਾਲਤ ਨੇ ਉਹਨਾਂ ਨੂੰ ਕਿਹਾ ਕਿ ਜਿਹੜੇ ਤੁਸੀਂ ਇੱਕ ਜਿਹੜਾ ਝੂਠਾ ਦਾਅਵਾ ਕਰਦੇ ਹੋ ਕਿ ਸਾਡੀ ਦਵਾਈ ਜੀ ਆ, ਸਾਡੀ ਦਵਾਈ ਮੂਹਰੇ ਐਲੋਪੈਥ ਤਾਂ ਕੁਛ ਵੀ ਨਹੀਂ ਗੀ, ਡਰੱਗਸ ਐਂਡ ਮੈਜਿਕ ਰੈਮਡੀਜ਼ ਆਬਜੈਕਸ਼ਨਲ ਐਡਵਰਟਾਈਜ਼ਮੈਂਟ ਹੈ ਇਹ, ਕਹਿੰਦੇ 1954 ਐਕਟ ਦੇ ਅਧੀਨ। ਤੇ ਇਹਦੋਂ ਅਦਾਲਤ ਨੇ ਸਪਸ਼ਟ ਕੀਤਾ ਕਿ ਜਿਹੜਾ ਕਾਰੋਬਾਰੀ ਮੁਫਾਦ ਖਾਤਰ ਗੁੰਮਰਾਹਕੁਨ ਇਸ਼ਤਿਹਾਰਬਾਜ਼ੀ ਨੂੰ ਅਸੀਂ ਸਹਿਣ ਨਹੀਂ ਕਰਾਂਗੇ, ਖਾਸ ਕਰਕੇ ਸਿਹਤ ਦੇ ਮਾਮਲੇ ਦੇ ਵਿੱਚ। ਸਿਹਤ ਦੇ ਮਾਮਲੇ 'ਚ ਤੁਹਾਨੂੰ ਨਾ ਫਾਰਮਾਸਿਊਟੀਕਲ ਕੰਪਨੀਆਂ ਦੇ ਚੋਣ ਬੌਂਡਾਂ ਬਾਰੇ ਵੀ ਲੈ ਕੇ ਚੱਲਾਂਗੇ, ਅੱਗੇ ਲੈ ਕੇ ਚੱਲਾਂਗੇ ਆਪਾਂ। ਹੁਣ ਉਸ ਤੋਂ ਬਾਅਦ ਇਹ ਫੋਲੋਅਪ ਸੀਗਾ 29 ਫਰਵਰੀ ਨੂੰ ਜਿਹੜੀ ਖਬਰ ਆਈ, ਆਪਾਂ ਅੱਗੇ ਫੋਲੋਅਪ ਕੀਤਾ ਕਿ ਅੱਗੇ ਕੀ ਹੋਇਆ। ਅਦਾਲਤੀ ਕਾਰਵਾਈਆਂ ਕਿਉਂਕਿ ਮਹੀਨਾ ਭਰ ਚੱਲਦੀਆਂ ਰਹੀਆਂ। ਹੁਣ 23 ਅਪ੍ਰੈਲ 2024 ਨੂੰ ਇੱਕ ਹੋਰ ਖਬਰ ਆਈ ਇਸੇ ਮਾਮਲੇ ਦੇ ਜੁੜੀ। ਇਹ ਖਬਰ ਦੀ ਟ੍ਰਿਬਿਊਨ ਦੇ ਵਿੱਚ ਆ। ਜਿਹੜੀ ਪਹਿਲਾਂ ਵਾਲੀ ਖਬਰ ਸੀ ਉਹ ਹਿੰਦੁਸਤਾਨ ਟਾਈਮਜ਼ ਨੇ ਛਾਪੀ ਸੀ ਬਕਾਇਦਾ। ਇਹਦੇ ਨਾਲ ਜੋ ਵੀ ਅਦਾਲਤੀ ਕਾਰਵਾਈ ਹੋਈ ਹੈ, ਇੱਕ ਲਾਈਵ ਲਾਅ ਨਾਂ ਦੀ ਵੈਬਸਾਈਟ ਆ, ਜਿਹੜੇ ਸੰਗੀਨ ਮਾਮਲੇ ਨੇ ਨਾ, ਜੇ ਤੁਹਾਨੂੰ ਕਦੇ ਸਮਾਂ ਮਿਲੇ ਤਾਂ ਜਿਹੜੇ ਦੇਸ਼ ਭਰ ਦੇ ਵਿੱਚ ਉੱਚ ਪੱਧਰ ਦੇ ਮਾਮਲੇ ਨੇ, ਵੱਡੇ ਮਾਮਲੇ ਨੇ, ਉਹ ਕਈ ਵਾਰੀ ਉਸ ਸਾਈਟ ਦੇ ਉੱਤੇ ਉਹ ਜਿੰਨੇ ਵੀ ਅਦਾਲਤ ਦੇ ਵਿੱਚ, ਚਾਹੇ ਉਹ
ਸਰਕਾਰ ਦਾ ਵਕੀਲ ਕੀ ਕਹਿੰਦਾ, ਕੇਂਦਰ ਦਾ ਕੀ ਕਹਿੰਦਾ, ਅਟਾਰਨੀ ਜਨਰਲ ਹਰਿਆਣਾ ਨੇ ਕੀ ਕਿਹਾ, ਪੰਜਾਬ ਨੇ ਕਿਹਾ, ਉਹ ਸਾਰੀ ਮਿੰਟ ਦੀ ਸਾਰੀ ਗੱਲਬਾਤ ਉਹ ਲਿਖ ਦਿੰਦੇ, ਉਵੇਂ ਵਾਰਡਿੰਗ ਦੇ ਵਿੱਚ ਉਵੇਂ ਡਿੱਟੋ ਛਾਪ ਦਿੰਦੇ ਆ। ਉਹ ਪੜ੍ਹਨ ਵਾਲੀਆਂ ਚੀਜ਼ਾਂ ਹੁੰਦੀਆਂ ਕਈ ਵਾਰੀ, ਕਿਉਂਕਿ ਜਦੋਂ ਤੁਸੀਂ ਅਦਾਲਤੀ ਚੀਜ਼ਾਂ ਦਾ ਹਵਾਲਾ ਦਿੰਦੇ ਫਿਰ ਤੁਹਾਡੇ ਕੰਮ ਆਉਂਦੀਆਂ ਚੀਜ਼ਾਂ। ਖੈਰ, ਹੁਣ ਜਿਹੜੀ 23 ਅਪ੍ਰੈਲ 2024 ਨੂੰ ਇੰਗਲਿਸ਼ ਟ੍ਰਿਬਿਊਨ ਨੇ ਖਬਰ ਲਾਈ ਸੀਗੀ, ਉਹ ਕਹਿੰਦੇ ਕਿ ਪਤੰਜਲੀ ਯੋਗ ਪੀਠ ਕਹਿੰਦਾ ਕਿ ਸਾਨੂੰ ਜੀ ਟੈਕਸ ਤੋਂ ਮੁਕਤੀ ਦੇ ਦਿਓ, ਸਾਡੇ ਤੇ ਟ੍ਰਿਬਿਊਨਲ ਨੇ ਟੈਕਸ ਲਾਤਾ। ਉਸ ਤੋਂ ਬਾਅਦ ਸੁਪਰੀਮ ਕੋਰਟ ਕਹਿੰਦੀ ਟੈਕਸ ਤਾਂ ਲੱਗੂਗਾ, ਬਰਾਬਰੀ ਤੇ ਜ਼ਿੰਮੇਵਾਰ ਯਕੀਨੀ ਬਣਾਈ ਜਾਊਗੀ, ਤੇ ਸੁਪਰੀਮ ਕੋਰਟ ਨੇ ਕਿਹਾ ਕਿ ਸੇਵਾਵਾਂ ਤੇ ਲੱਗਦੇ ਟੈਕਸ ਦੇ ਦਾਇਰੇ ਦੇ ਵਿੱਚ ਆਉਣੇ ਆ। ਤੇ ਨਾਲ ਹੀ ਇੱਕ ਸਿਧਾਂਤ ਨੂੰ ਸਪਸ਼ਟ ਕੀਤਾ ਸੁਪਰੀਮ ਕੋਰਟ ਨੇ ਕਿ ਜਦੋਂ ਵਪਾਰ ਕੰਮਾਂ ਦੀ ਗੱਲ ਆਉਂਦੀ ਹੈ ਤਾਂ ਕਿਸੇ ਵੀ ਇਕਾਈ ਨੂੰ ਸਰਕਾਰੀ ਖਜ਼ਾਨੇ ਦੇ ਵਿੱਚ ਹਿੱਸਾ ਪਾਉਣ ਤੋਂ ਛੋਟ ਨਹੀਂ ਦਿੱਤੀ ਜਾ ਸਕਦੀ। ਕਸਟਮ, ਆਬਕਾਰੀ ਤੇ ਸੇਵਾ ਟੈਕਸ ਅਪੀਲੀ ਟ੍ਰਿਬਿਊਨਲ ਨੇ ਹੁਕਮ ਦਿੱਤਾ ਕਿ ਯੋਗ ਕੈਂਪ, ਇਹ ਕਹਿੰਦੇ ਕਿ ਜੀ ਸਾਡੇ ਯੋਗ ਕੈਂਪ ਤਾਂ ਲੋਕਾਂ ਦੀ ਸੇਵਾ ਕਰਦੇ ਆ, ਇਹ ਤਾਂ ਲੋਕਾਂ ਦੀ ਸਿਹਤ ਸੁਧਾਰਦੇ ਆ। ਉਹ ਕਹਿੰਦੇ ਯੋਗ ਕੈਂਪ ਭਾਵੇਂ ਕਿਸੇ ਟਰਸਟ ਵੱਲੋਂ ਚੰਦੇ ਦੇ ਨਾਂ ਉੱਤੇ ਮੁਫਤ ਵੀ ਕਰਵਾਏ ਜਾਣ ਤਾਂ ਵੀ ਇਹ ਸਿਹਤ ਤੇ ਫਿਟਨੈਸ ਸੇਵਾਵਾਂ ਦੇ ਘੇਰੇ ਦੇ ਵਿੱਚ ਆਉਂਦੇ ਆ, ਤੇ ਚੰਦੇ ਦਾ ਜਿਹੜਾ ਸਰਵਿਸ ਟੈਕਸ ਬਣਦਾ ਉਹ ਤੁਹਾਨੂੰ ਦੇਣਾ ਪਊਗਾ। ਕਾਨੂੰਨੀ ਤੌਰ ਤੇ ਤਰਕ ਸਹੀ ਹੈ, ਕਿਉਂਕਿ ਟ੍ਰਿਬਿਊਨਲ ਨੇ ਦੇਖਿਆ ਕਿ ਦਿੱਤੀਆਂ ਜਾ ਰਹੀਆਂ ਸੇਵਾਵਾਂ ਹੈਲਥ ਕਲੱਬਾਂ ਤੇ ਫਿਟਨੈਸ ਸੈਂਟਰਾਂ ਵੱਲੋਂ ਮੁਹੱਈਆ ਕਰਵਾਈਆਂ ਜਾਂਦੀਆਂ ਉਹਨਾਂ ਸੇਵਾਵਾਂ ਵਰਗੀਆਂ ਹੀ ਹੈ ਤੇ ਪੂਰੀ ਤਰ੍ਹਾਂ ਟੈਕਸ ਦੇ ਘੇਰੇ ਦੇ ਵਿੱਚ ਹੈ। ਹੁਣ ਪਤੰਜਲੀ ਕਰ ਕੀ ਰਿਹਾ, ਇੱਥੇ ਕ੍ਰੋਨੋਲੋਜੀ ਸਮਝਾਉਣ ਵਾਲੀ ਗੱਲ ਹੋ ਜਾਂਦੀ, ਜਿਹੜੀ ਅਕਸਰ ਪਹਿਲਾਂ ਸ਼ਬਦ ਵਰਤਿਆ ਸੀ ਅਮਿਤ ਸ਼ਾਹ ਨੇ ਕਿ ਕ੍ਰੋਨੋਲੋਜੀ ਸਮਝੋ। ਉਸ ਤੋਂ ਬਾਅਦ ਤੰਜ਼ ਦੇ ਰੂਪ ਦੇ ਵਿੱਚ ਰਵੀਸ਼ ਕੁਮਾਰ ਇਸ ਸ਼ਬਦ ਨੂੰ ਵਰਤਣ ਲੱਗ ਪਿਆ, ਪਰ ਅਸਲ ਦੇ ਵਿੱਚ ਕਈ ਲੋਕ ਇਹਨੂੰ ਮੈਕੈਨਿਜ਼ਮ ਕਹਿ ਦਿੰਦੇ ਨੇ, ਸਟੇਟ ਦਾ ਜਾਂ ਅਦਾਲਤੀ ਕੰਮਾਂ ਦਾ ਜਾਂ ਏਜੰਸੀਆਂ ਦਾ। ਕਈ ਲੋਕ ਇਹਨੂੰ ਕਹਿ ਦਿੰਦੇ ਨੇ ਕਿ ਕੰਮਕਾਰ ਕਰਨ ਦਾ ਅਸਲ ਤਰੀਕਾ ਸਮਝੋ ਤੁਸੀਂ ਕੀ ਹੈ। ਹੁਣ ਇਹ ਪਹਿਲੀ ਗੱਲ ਤਾਂ ਜਿਹੜਾ ਯੋਗ ਗੁਰੂ ਆ ਰਾਮਦੇਵ, ਕਈ ਲੋਕ ਇਹਦੇ ਮੂਹਰੇ ਬਾਬਾ ਲਾਉਂਦੇ, ਮੈਂ ਕਦੇ ਨਹੀਂ ਇਹਨੂੰ ਬਾਬਾ ਕਹਿ ਕੇ ਨਹੀਂ ਸੱਦਿਆ ਮੈਂ ਕਦੇ ਵੀ, ਕਿਉਂਕਿ ਇਹ ਇੱਕ ਵਪਾਰੀ ਹੈ ਔਰ ਮੌਕਾ ਪ੍ਰਸਤ ਬੰਦਾ, ਉਹ ਬੰਦਾ ਜਿਹਨੇ ਯੋਗ, ਜਿਹਦੇ ਨਾਲ ਲੋਕ ਭਾਵਨਾਤਮਕ ਤੌਰ ਤੇ ਜੁੜੇ ਹੋਏ ਨੇ। ਹੁਣ ਤੁਸੀਂ ਦੇਖੋ ਇਹਨੇ ਯੋਗ ਦਾ ਵਪਾਰੀਕਰਨ ਕਿਵੇਂ ਕੀਤਾ। ਪਹਿਲਾਂ ਮੈਂ ਤੁਹਾਨੂੰ ਇਹ ਸਮਝਾਉਣਾ ਸ਼ਾਰਟ ਦੇ ਵਿੱਚ, ਯੋਗ ਤਾਂ ਪਹਿਲਾਂ ਵੀ ਚੱਲਿਆ ਆ ਰਿਹਾ, ਚੱਲਦਾ ਸਦੀਆਂ ਤੋਂ ਚੱਲ ਰਿਹਾ ਹੈ ਯੋਗ ਤਾਂ, ਪਰ ਇਹਨੇ ਕੀ ਕੀਤਾ, ਯੋਗ ਨੂੰ ਕਮਰਸ਼ਲਾਈਜ਼ ਕਰਤਾ, ਇਹਨੇ ਯੋਗ ਦਾ ਵਪਾਰੀਕਰਨ ਕਰਤਾ। ਟੀਵੀ ਤੇ ਆ ਕੇ ਯੋਗ ਵਿਖਾ ਕੇ, ਤੇ ਇੱਕ ਬੀਬੀ ਹੈ ਸ਼ਿਲਪਾ ਸ਼ੈਟੀ, ਉਹਦੇ ਨਾਲ ਇਹਦੀਆਂ ਤਸਵੀਰਾਂ ਬੜੀਆਂ ਵਾਇਰਲ ਹੋਈਆਂ। ਇਹਨੇ ਲੋਕਾਂ ਨੂੰ ਇਹ ਸਮਝਾਤਾ, ਜਿਹੜੇ ਵਿਚਾਰੇ ਸਿੱਧੇ ਸਾਦੇ ਲੋਕ ਨੇ, ਇਹ ਕਹਿਤਾ ਜਾਂ ਇਹ ਉਹਨਾਂ ਦੇ ਕੰਨ ਦੇ ਵਿੱਚ ਫੂਕ ਮਾਰਤੀ ਜਾਂ ਇਹ ਮਨਾਂ ਦੇ ਵਿੱਚ ਬਿਠਾਤਾ ਕਿ ਯੋਗ ਨੂੰ ਜੇ ਅੱਗੇ ਕੋਈ ਲਿਜਾ ਸਕਦਾ ਤੇ ਉਹ ਹੈ ਰਾਮਦੇਵ। ਜਿਹੜੇ ਰਾਮਦੇਵ ਦਾ ਕੁਛ ਹਜ਼ਾਰ ਦਾ ਕਾਰੋਬਾਰ ਸੀ 2014 ਤੋਂ ਪਹਿਲਾਂ, ਕੁਛ ਸੈਂਕੜੇ ਕਰੋੜ ਦਾ ਕਹਿ ਦੇਣਾ, ਚੱਲ ਮੈਂ ਇਹਦਾ ਮਾਣ ਰੱਖ ਲੈਂਦੇ ਆ। ਅੱਜ ਕੱਲ੍ਹ ਉਹ ਬੰਦਾ ਕੀ ਆ ਕੇ ਕਹਿ ਰਿਹਾ ਟੀਵੀ ਦੇ ਉੱਤੇ, ਪ੍ਰੈਸਾਂ ਦੇ ਉੱਤੇ, ਕਿ ਅਸੀਂ 1 ਲੱਖ ਕਰੋੜ ਰੁਪਏ ਦਾ ਕਾਰੋਬਾਰ ਕਰਾਂਗੇ। ਕਿੰਨੇ ਦਾ? 1 ਲੱਖ ਕਰੋੜ ਰੁਪਏ ਦਾ। ਇੱਕ ਸਟੇਟ ਸਾਡੇ ਪੰਜਾਬ ਦੇ ਸਿਰ ਜਿਹੜਾ ਕਰਜ਼ਾ ਵਾ ਉਹ 3.25 ਲੱਖ ਕਰੋੜ ਰੁਪਏ ਹੈ। ਸੋ ਪੰਜਾਬ ਦੀ ਜਿਹੜੀ GDP ਹੈ ਜਾਂ ਪੰਜਾਬ ਦਾ ਜਿਹੜਾ ਬਜਟ ਆ ਉਹ ਤਕਰੀਬਨ 1.5 ਲੱਖ ਕਰੋੜ ਰੁਪਏ ਦੇ ਨੇੜੇ ਤੇੜੇ ਹੋਣਾ। 1 ਲੱਖ ਕਰੋੜ ਰੁਪਏ ਦਾ ਟਰਨਓਵਰ। ਔਰ ਉਸ ਤੋਂ ਬਾਅਦ ਕੀ ED ਦੇ ਘਰੇ ਗਈ? ਕੀ ਇਨਕਮ ਟੈਕਸ ਨੇ ਛਾਪਾ ਮਾਰਿਆ? ਕੀ ਹਰ ਕੰਮ ਹੁਣ ਅਦਾਲਤਾਂ ਹੀ ਕਰਨ? ਹੋਰ ਕੋਈ ਇੱਥੇ ਨਾ ਕੋਈ ਏਜੰਸੀ, ਨਾ ਕੋਈ ਹੋਰ ਵਿਸਲ ਬਲੋਅਰ, ਕੋਈ ਬੱਚਾ ਹੀ ਨਹੀਂ ਇਸ ਮੁਲਕ ਦੇ ਵਿੱਚ ਜਿਹੜਾ ਕੋਈ ਕ੍ਰਾਸ ਚੈੱਕ ਕਰਦਾ ਹੋਵੇ, ਜਿਹੜਾ ਕੋਈ ਵਾਚਡੌਗ ਹੋਵੇ, ਕੋਈ ਏਜੰਸੀ ਐਸੀ ਜਿਹੜੀ ਇਹਨਾਂ ਚੀਜ਼ਾਂ ਨੂੰ ਨਿਰੀਖਣ ਕਰਦੀ ਹੋਵੇ। ਇੱਕ ਬੰਦਾ ਜਿਹੜਾ ਕੁਝ ਸਾਲ ਪਹਿਲਾਂ ਕੁਛ ਲੱਖਾਂ ਦਾ ਕਾਰੋਬਾਰ ਸੀ, ਕੁਛ ਕਰੋੜਾਂ ਦਾ ਕਾਰੋਬਾਰ ਸੀ, ਅੱਜ ਉਹ ਏਡੇ ਵੱਡੇ ਇੰਪਾਇਰ ਦਾ ਮਾਲਕ ਬਣ ਗਿਆ। ਜਿਵੇਂ ਪਹਿਲਾਂ ਡੇਰੇ ਸਿਰਸੇ ਵਾਲਾ ਬਣਿਆ ਸੀ, ਕੋਈ ਕ੍ਰਾਸ ਚੈੱਕ ਨਹੀਂ ਗਾ, ਕੁਛ ਨਹੀਂ ਗਾ। ਖੈਰ, ਹੁਣ ਆਪਾਂ ਇੱਥੇ ਲੋਕਾਂ ਤੇ ਆਉਣੇ ਆ। ਲੋਕਾਂ ਨੇ ਮਨਾਂ ਦੇ ਵਿੱਚ ਇਹ ਗੱਲ ਬਿਠਾ ਦਿੱਤੀ ਗਈ ਕਿ ਯੋਗ ਨੂੰ ਜੇ ਕੋਈ ਬਚਾ ਸਕਦਾ ਤੇ ਉਹ ਹੈ ਰਾਮਦੇਵ। ਲੋਕਾਂ ਨੇ ਵਿਚਾਰਿਆਂ ਨੇ, ਭੋਲੇ ਭਾਲਿਆਂ ਨੇ ਟੀਵੀ ਤੇ ਲਾ ਕੇ ਰਾਮਦੇਵ ਪਤੰਜਲੀ ਕਰਨਾ ਸ਼ੁਰੂ ਕਰ ਦਿੱਤਾ। ਇਹ ਮੌਕਾ ਪ੍ਰਸਤ ਬੰਦੇ ਨੇ। ਕਰੋਨਾ ਦੇ ਵਿੱਚ ਇੱਕ ਦਵਾਈ ਬਣਾਈ ਕੋਰੋਨਿਲ, ਤੇ ਕੋਰੋਨਿਲ ਬਾਰੇ ਦਾਅਵਾ ਕੀਤਾ ਕਿ ਐਲੋਪੈਥੀ ਕੀ ਹੈ, ਐਲੋਪੈਥੀ ਤਾਂ ਖਤਮ ਹੈ, ਐਲੋਪੈਥੀ ਤਾਂ ਇਹ ਹੈ, ਫਲਾਨ ਇਹ ਹੈ, ਟਮਕਾ ਹੈ। ਇਹ ਕਹਿੰਦਾ ਕੋਰੋਨਿਲ ਖਾਓ ਤੁਸੀਂ। ਸੁਪਰੀਮ ਕੋਰਟ ਨੇ ਇਹਦੇ ਕੰਨ ਖਿੱਚੇ ਫੜ ਕੇ। ਉਹ ਕਹਿੰਦੇ ਤੂੰ ਇਹ ਦਾਅਵਾ ਕਰਦਾ, ਤੂੰ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਦਾ, ਤੂੰ ਲੋਕਾਂ ਨੂੰ ਝੂਠੇ ਦਾਅਵੇ ਕਰਦਾ, ਹਰੇਕ ਝੂਠੇ ਦਾਅਵੇ ਤੇ 1 ਕਰੋੜ ਰੁਪਈਆ ਦੇਣਾ ਪਊਗਾ ਤੈਨੂੰ। ਖੈਰ, ਮੁੜ ਕੇ ਬੰਦਾ ਆ ਗਿਆ ਦੂਜੇ ਪਾਸੇ, ਕਹਿੰਦਾ ਜੀ ਸਾਨੂੰ ਜਿਹੜਾ ਟੈਕਸ ਲੱਗਦਾ ਸਾਡੇ ਤੇ ਉਹ ਸਾਨੂੰ ਛੋਟ ਦਿਓ। ਸੁਪਰੀਮ ਕੋਰਟ ਕਹਿੰਦੀ ਛੋਟ ਨਹੀਂ ਮਿਲਦੀ। ਆ ਜਿਹੜਾ ਤੁਸੀਂ ਯੋਗ ਕਹਿਣੇ ਆ ਨਾ, ਇਹ ਜਿਹੜਾ ਟੈਕਸ ਆਉਂਦਾ ਉਹ ਸਿਹਤ ਤੇ ਫਿਟਨੈਸ ਸੇਵਾਵਾਂ ਦੇ ਘੇਰੇ ਦੇ ਵਿੱਚ ਆਉਂਦਾ। ਬੰਦੇ ਦੇ ਪੁੱਤ ਬਣ ਕੇ ਟੈਕਸ ਜਮ੍ਹਾਂ ਕਰਾਓ। ਖੈਰ, ਇਸ ਤੋਂ ਅੱਗੇ ਚੱਲ ਗਏ। ਹੁਣ ਆਪਾਂ ਜਿਹੜੀ ਲੇਟੈਸਟ ਸੁਣਵਾਈ ਤੇ ਆਪਾਂ ਆਉਣੇ ਆ 24 ਫਰਵਰੀ ਨੂੰ ਬਾਅਦ ਜਿਹੜੀ ਖਬਰ ਛਪੀ ਸੀਗੀ, 23 ਅਪ੍ਰੈਲ ਨੂੰ ਜਿਹੜੀ ਖਬਰ ਛਪੀ ਸੀ ਉਸ ਤੋਂ ਬਾਅਦ ਹੁਣ ਇਹਨੇ ਕੀ ਕੀਤਾ। ਅਸਲ ਦੇ ਵਿੱਚ ਇਹ ਬੰਦੇ ਨੇ, ਇਹਨੇ ਕੋਰੋਨਲ ਜਿਹੜੀ ਦਵਾਈ ਸੀ ਉਹ ਮਾਰਕੀਟ ਦੇ ਵਿੱਚ ਉਤਾਰਤੀ ਸੀ ਕਰੋਨਾ ਦੇ ਵੇਲੇ, ਤੇ ਉਦੋਂ ਦਾਅਵਾ ਕੀਤਾ ਸੀਗਾ ਕਿ ਕਰੋਨਾ ਦਾ ਇਲਾਜ ਸੰਭਵ ਹੈ, ਤੇ ਇਹ ਭਰਮਾਊ ਇਸ਼ਤਿਹਾਰਬਾਜ਼ੀ ਕਰ ਰਿਹਾ ਸੀਗਾ। ਫਿਰ ਇੰਡੀਅਨ ਮੈਡੀਕਲ ਐਸੋਸੀਏਸ਼ਨ ਨੇ
ਇਹਨਾਂ ਦਾਅਵਿਆਂ ਨੂੰ ਬੇਬੁਨਿਆਦ ਦੱਸਿਆ। ਉਹਨਾਂ ਨੇ ਸੁਪਰੀਮ ਕੋਰਟ ਦੇ ਵਿੱਚ ਪਟੀਸ਼ਨ ਦਾਇਰ ਕੀਤੀ ਤੇ ਉਹਨਾਂ ਨੇ ਕਿਹਾ ਕਿ ਬਿਨਾਂ ਕਿਸੇ ਪਰਖ ਦੇ ਅਜਿਹੇ ਦਾਅਵੇ ਨਹੀਂ ਕੀਤੇ ਜਾ ਸਕਦੇ ਤੇ ਨਾ ਹੀ ਅਜਿਹਾ ਕੋਈ ਇਲਾਜ ਸੰਭਵ ਹੈ। ਮਾਮਲੇ ਦੀ ਸੁਣਵਾਈ ਦੌਰਾਨ ਜਦੋਂ ਪਤੰਜਲੀ ਆਯੁਰਵੇਦ ਨੇ ਆਪਣੇ ਪੱਖ ਦੇ ਵਿੱਚ ਕੋਈ ਪ੍ਰਮਾਣ ਨਾ ਦਿੱਤਾ ਤਾਂ ਉਹਨਾਂ ਨੇ ਇਹਨਾਂ ਇਸ਼ਤਿਹਾਰਾਂ ਦੇ ਲਈ ਮਾਫੀ ਮੰਗ ਲਈ। ਸਰਵਉੱਚ ਅਦਾਲਤ ਨੇ ਇਹ ਆਦੇਸ਼ ਦਿੱਤਾ ਕਿ ਪਤੰਜਲੀ ਆਯੁਰਵੇਦ ਜਿਸ ਤਰੀਕੇ ਦੀ ਇਸ਼ਤਿਹਾਰਬਾਜ਼ੀ ਕਰਦਾ ਆਇਆ ਉਸੇ ਤਰ੍ਹਾਂ ਹੁਣ ਉਹਨੂੰ ਅਖਬਾਰਾਂ ਦੇ ਵਿੱਚ ਵੀ ਇਸ਼ਤਿਹਾਰਬਾਜ਼ੀ ਕਰਕੇ ਖਾਣਾ ਪੂਰਤੀ ਕਰਨੀ ਪਊਗੀ ਤੇ ਮਾਫੀ ਮੰਗੇ ਇਸ਼ਤਿਹਾਰਬਾਜ਼ੀ ਕਰਕੇ। ਪਰ ਪਤੰਜਲੀ ਨੇ ਅਖਬਾਰਾਂ ਦੇ ਵਿੱਚ ਮਹਿਜ਼ 5 ਸਤਰਾਂ ਦਾ ਇਸ਼ਤਿਹਾਰ ਦਿੱਤਾ, ਖਾਣਾ ਪੂਰਤੀ ਦਿੱਤੀ ਤੇ ਪਤੰਜਲੀ ਆਯੁਰਵੇਦ ਲਿਮਟਿਡ ਦੇ ਇਸ ਵਿਹਾਰ ਤੋਂ ਖਫਾ ਅਦਾਲਤ ਨੇ ਰਾਮਦੇਵ ਅਤੇ ਕੰਪਨੀ ਦੇ ਮੈਨੇਜਿੰਗ ਡਾਇਰੈਕਟਰ ਬਾਲਕ੍ਰਿਸ਼ਨ ਦੀ ਖਿਚਾਈ ਕੀਤੀ। ਜਸਟਿਸ ਹਿਮਾ ਕੋਹਲੀ ਤੇ ਜਸਟਿਸ ਇਹਾਸੁਦੀਨ ਅਮਾਉਲਾ ਦੇ ਬੈਂਚ ਨੇ ਕਿਹਾ ਕਿ ਜਦੋਂ ਰਾਮਦੇਵ ਦੀ ਕੰਪਨੀ ਆਪਣੇ ਉਤਪਾਦਾਂ ਦਾ ਪ੍ਰਚਾਰ ਕਰਦੀ ਸੀ ਤਾਂ ਉਦੋਂ ਲੱਖਾਂ ਰੁਪਏ ਖਰਚ ਕੇ ਅਖਬਾਰਾਂ ਦੇ ਵਿੱਚ ਵੱਡੇ ਇਸ਼ਤਿਹਾਰ ਦਿੱਤੇ ਜਾਂਦੇ ਸੀ, ਪਰ ਜਦੋਂ ਹੁਣ ਲੋਕ ਹਿੱਤ ਦਾ ਮਾਮਲਾ, ਲੋਕ ਸਿਹਤ ਦਾ ਮਾਮਲਾ ਤੇ ਉਦੋਂ ਤੁਸੀਂ 5 ਸਤਰਾਂ ਦਾ 5 ਲਾਈਨਾਂ ਦਾ ਇਸ਼ਤਿਹਾਰ ਦੇ ਰਹੇ ਹੋ। ਤੇ ਨਾਲ ਹੀ ਕਹਿ ਰਹੇ ਨੇ ਕਿ ਸਿਰਫ ਪਤੰਜਲੀ ਦਾ ਮਾਮਲਾ ਨਹੀਂ ਹੈ, ਇਹਦੇ ਨਾਲ ਲੋਕਾਂ ਦੇ ਵਡੇਰੇ ਹਿੱਤ ਜੁੜੇ ਹੋਏ ਨੇ। ਭਰਮਾਊ ਇਸ਼ਤਿਹਾਰ ਜਾਰੀ ਕਰਕੇ ਲੋਕਾਂ ਦੀ ਸਿਹਤ ਦੇ ਨਾਲ ਖਿਲਵਾੜ ਨਹੀਂ ਕੀਤਾ ਜਾ ਸਕਦਾ। ਤੇ ਨਾਲ ਹੀ ਇਹਨਾਂ ਨੇ ਜਿਹੜੀ ਧਿਰ ਗਈ ਸੀਗੀ ਇੰਡੀਅਨ ਮੈਡੀਕਲ ਐਸੋਸੀਏਸ਼ਨ, ਉਹਨਾਂ ਨੇ ਵੀ ਕਿਹਾ ਕਿ ਇਕੱਲਾ ਰਾਮਦੇਵ ਨਹੀਂ ਹੈ, ਤੁਸੀਂ ਵੀ ਜਿਹੜੀ ਮਹਿੰਗਾਈ ਕੀਤੀ, ਲੋਕਾਂ ਦੀ ਲੁੱਟ ਕਰ ਰਹੇ ਹੋ, ਲੋਕਾਂ ਦਾ ਚੰਮ ਪੱਟ ਰਹੇ ਹੋ, ਇਹਨੂੰ ਵੀ ਥੋੜ੍ਹਾ ਜਿਹਾ ਜ਼ਾਬਤੇ 'ਚ ਕਰੋ। ਇਹ ਵੀ ਸਹਿਣਯੋਗ ਨਹੀਂ ਹੈ ਜਿਹੜੇ ਤਰੀਕੇ ਦੀ ਐਲੋਪੈਥੀ ਦੇ ਇਲਾਜ ਮਹਿੰਗੇ ਕੀਤੇ ਗਏ ਨੇ। ਤਾਂ ਰਾਮਦੇਵ ਨੂੰ ਪੂਰੀਆਂ ਫਟਕਾਰਾਂ ਪਈਆਂ ਨੇ ਅਦਾਲਤ ਦੇ ਵਿੱਚ। ਤੇ ਇਸ ਬੰਦੇ ਨੇ ਜਦੋਂ ਅਦਾਲਤੀ ਪ੍ਰਕਿਰਿਆ ਸੀ ਨਾ ਇੱਕ ਵਾਰੀ ਲੰਘੇ ਅਪ੍ਰੈਲ ਮਹੀਨੇ ਦੀ ਸ਼ੁਰੂਆਤ ਦੇ ਵਿੱਚ ਹੀ, ਇਹ ਕਹਿੰਦਾ ਜੀ ਉਹ ਅਦਾਲਤ 'ਚ ਆ ਨਹੀਂ ਸਕਦੇ, ਇਹਨਾਂ ਦਾ ਵਕੀਲ ਕਹਿੰਦਾ ਉਹ ਅਦਾਲਤ ਦੇ ਵਿੱਚ ਨਹੀਂ ਆ ਸਕਦੇ ਜੀ। ਅਦਾਲਤ ਕਹਿੰਦੀ ਇਹ ਕਿਵੇਂ ਹੋ ਸਕਦਾ, ਉਹ ਆ ਨਹੀਂ ਸਕਦੇ। ਕਹਿੰਦੇ ਜੀ ਉਹਦਾ ਪ੍ਰਸ਼ੰਸਕਾਂ ਦਾ ਗਰੁੱਪ ਹੈ। ਅਦਾਲਤ ਜਿਹੜਾ ਜੱਜ ਸਾਹਿਬ ਸੀਗੇ ਉਹ ਕਹਿੰਦੇ ਉਹਨਾਂ ਪਾਸੇ ਕਰੋ ਉਹਨਾਂ ਨੂੰ, ਪ੍ਰਸ਼ੰਸਕਾਂ ਨੂੰ, ਜਿਹੜੇ ਵੱਡੇ ਪ੍ਰਸ਼ੰਸਕ ਇਹਦੇ, ਤੇ ਉਹਨੂੰ ਖਿੱਚ ਕੇ ਲਿਆਓ ਅਦਾਲਤ ਦੇ ਵਿੱਚ। ਇਹ ਬੰਦਾ ਹੱਥ ਜੇ ਜੋੜ ਕੇ ਖੜ ਗਿਆ ਫਾਰਮੈਲਿਟੀ ਦੇ ਤੌਰ ਤੇ। ਜੱਜ ਕਹਿੰਦਾ ਮਾਫੀ ਮੰਗ, ਫਾਰਮੈਲਿਟੀ ਨਾ ਕਰ ਇੱਥੇ। ਤੇ ਇਹਨਾਂ ਨੂੰ ਕਹਿੰਦਾ ਇਸ਼ਤਿਹਾਰ ਜਾਰੀ ਕਰੋ ਜਿਵੇਂ ਤੁਸੀਂ ਭਰਮਾਊ ਇਸ਼ਤਿਹਾਰ ਜਾਰੀ ਕੀਤੇ ਸੀ ਉਸੇ ਤਰੀਕੇ ਨਾਲ। ਇਹਨਾਂ ਨੇ 2 ਸਤਰਾਂ 4 ਲਾਈਨਾਂ 5 ਲਾਈਨਾਂ ਛਾਪਤੀਆਂ। ਉਹ ਫਿਰ ਫਟਕਾਰ ਪਾਈ ਅਦਾਲਤ ਨੇ ਕਿਹਾ ਕਿ ਤੁਸੀਂ 5 ਸਤਰਾਂ ਨਹੀਂ, ਤੁਸੀਂ ਉਵੇਂ ਛਾਪੋ ਜਿਵੇਂ ਪਹਿਲਾਂ ਇਸ਼ਤਿਹਾਰਬਾਜ਼ੀ ਕਰਦੇ ਰਹੇ ਆ। ਕਹਿਣ ਤੋਂ ਭਾਵ ਇਹ ਹੈ ਕਿ ਰਾਮਦੇਵ ਦੀ ਐਸੀ ਤੈਸੀ ਕਰਕੇ ਰੱਖਤੀ ਅਦਾਲਤ ਨੇ। ਇਹਦੇ ਹੰਕਾਰ ਦਾ ਜਿਹੜਾ ਬਹੁਤ ਵੱਡਾ ਮਹਿਲ ਇਹਨੇ ਉਸਾਰਿਆ ਸੀ ਆਪਣੇ ਹੰਕਾਰ ਦੇ ਨਾਲ, ਉਹ ਤੋੜ ਕੇ ਰੱਖਤਾ, ਉਹਦਾ ਗਰੂਰ ਤੋੜ ਕੇ ਰੱਖਤਾ, ਚਕਨਾਚੂਰ ਹੋ ਗਿਆ। ਇਹ ਹੈ ਕਾਨੂੰਨ। ਤੁਸੀਂ ਕਾਨੂੰਨ ਤੋਂ ਉੱਤੇ ਨਹੀਂ ਜਾ ਸਕਦੇ। ਤੁਸੀਂ ਚੰਦ ਸਿਆਸਤਦਾਨਾਂ ਦੇ ਚਾਪਲੂਸ ਹੋ ਸਕਦੇ ਆ, ਤੁਸੀਂ ਸਿਆਸਤਦਾਨਾਂ ਦੀ ਨੇੜਤਾ ਦੇ ਨਾਲ ਪੈਸਾ ਕਮਾ ਸਕਦੇ ਆ। ਇਹ ਉਹੀ ਬੰਦਾ ਦੋਗਲਾ ਪਾਣੇ ਦਾ ਵੇਖੋ ਕਿ ਜਦੋਂ ਯੂਪੀਏ ਦੀ ਸਰਕਾਰ ਸੀ ਤਾਂ ਇਹ ਕਹਿੰਦਾ ਸੀਗਾ ਕਿ 40 ਰੁਪਏ ਪੈਟਰੋਲ ਵੀ ਮਹਿੰਗਾ ਹੈ, ਪਰ ਜਦੋਂ ਮੋਦੀ ਦੀ ਸਰਕਾਰ ਆਈ ਤੇ 80 85 ਰੁਪਏ 95 ਰੁਪਏ ਪੈਟਰੋਲ ਮਿਲਿਆ, ਇਹ ਕਹਿੰਦਾ ਲੋਕਾਂ ਨੂੰ ਕਹਿੰਦਾ ਤੁਸੀਂ ਇੰਨਾ ਵੀ ਨਹੀਂ ਕਰ ਸਕਦੇ, ਦੇਸ਼ ਦੇ ਲਈ ਤੁਸੀਂ ਇੰਨਾ ਕੁ ਟੈਕਸ ਵੀ ਨਹੀਂ ਪੇ ਕਰ ਸਕਦੇ। ਤੇ ਜੇਕਰ ਹੁਣ ਲੋਕਾਂ ਨੂੰ ਟੈਕਸ ਕਹਿਣਾ ਤੇ ਉਦੋਂ 45 ਤੇ ਕਾਹਤੋਂ ਪੈਂਦਾ ਸੀਗਾ। ਜਦੋਂ ਰਸੋਈ ਗੈਸ 400 ਤੋਂ 450 ਦਾ ਸਿਲੰਡਰ ਹੋਇਆ ਸੀ ਉਦੋਂ ਦੁੱਖ ਲੱਗਦਾ ਸੀ ਇਹਨਾਂ ਨੂੰ। ਹੁਣ ਅੱਜ ਕੱਲ੍ਹ 1000 ਨੂੰ ਅੱਜ ਕੱਲ੍ਹ ਦੁੱਖ ਨਹੀਂ ਲੱਗਦਾ। 90 ਲੱਖ ਲੋਕ, ਪ੍ਰਧਾਨ ਮੰਤਰੀ ਦੀ ਜਿਹੜੀ ਸਿਲੰਡਰ ਉਜਵਲਾ ਸਕੀਮ ਸੀਗੀ, 90 ਲੱਖ ਲੋਕ ਐਸੇ ਸੀ ਇਸ ਮੁਲਕ ਦੇ ਵਿੱਚ ਜਿਨ੍ਹਾਂ ਤੋਂ ਦੂਰੀ ਵਾਰ ਭਰਵਾਇਆ ਨਹੀਂ ਗਿਆ। ਇਹ ਉਹੀ ਬੰਦਾ ਜਿਹਦੇ ਤੇ ਉੱਤਰਾਖੰਡ ਦੇ ਵਿੱਚ ਕੁੜੀਆਂ ਨੇ ਦੋਸ਼ ਲਾਏ, ਇਹਦੇ ਜਿਹੜਾ ਯੋਗ ਯਾਗ ਆ, ਜੋ ਵੀ ਇਹਦਾ ਉੱਥੇ ਸਕੂਲ ਕਾਲਜ ਹੈ, ਉਹ ਕਹਿੰਦੇ ਸਾਨੂੰ ਇੱਥੇ ਤੰਗ ਕੀਤਾ ਜਾਂਦਾ ਹੈ। ਇਹ ਬੰਦੇ ਨੇ ਪੀਰੀ ਨਹੀਂ ਚੱਲਣ ਦਿੱਤੀ ਉੱਤਰਾਖੰਡ ਸਰਕਾਰ ਦੀ। ਕਿਸੇ ਦੀ ਜ਼ਰੂਰਤ ਨਹੀਂ ਹੋਈ ਇਹਦੇ ਤੇ ਮਾਮਲਾ ਦਰਜ ਕਰਕੇ ਇਹਦੇ ਤੇ ਕਾਰਵਾਈ ਕਰਨ ਦੀ। ਇਸ ਬੰਦੇ ਦੇ ਉੱਤੇ ਦੋਸ਼ ਲੱਗੇ ਕਿ ਇਹ ਮੁੰਡੇ ਜੰਮਣ ਦੀ ਦਵਾਈ ਦਿੰਦਾ। ਇਸ ਬੰਦੇ ਦਾ ਕੋਈ ਵਾਲ ਨਹੀਂ ਵਿੰਗਾ ਕਰ ਸਕਿਆ। ਏਜੰਸੀਆਂ, ਵਾਚਡੌਗ, ਪੁਲਿਸ ਫੋਰਸਸ, ਹੋਰ ਸਾਰਾ ਕੁਝ ਇਸ ਬੰਦੇ ਦੇ ਮੂਹਰੇ ਨਿਸ਼ਾਵਰ ਕਰ ਦਿੱਤਾ ਗਿਆ ਹਕੂਮਤ ਵੱਲੋਂ, ਸਰਕਾਰ ਵੱਲੋਂ। ਇਹਦੇ ਅੱਗੇ ਨਿੱਸਲ ਹੋ ਗਿਆ, ਢੇਰੀ ਹੋ ਗਿਆ। ਪਰ ਜਦੋਂ ਇਹ ਬੰਦਾ ਅਦਾਲਤ ਦੀ ਕਚਹਿਰੀ 'ਚ ਗਿਆ ਤੇ ਅਦਾਲਤ ਨੇ ਇਹਨੂੰ ਔਕਾਤ ਦਿਖਾਈ ਕਿ ਤੇਰੀ ਔਕਾਤ ਕੀ ਹੈ। ਉਹ ਕਹਿੰਦੇ ਤੂੰ ਹੱਥ ਜੋੜ ਕੇ ਖੜ, ਐਦਾਂ ਸਾਵਧਾਨ ਨਹੀਂ ਖੜ ਸਕਦਾ, ਤੂੰ ਕਿਸੇ ਬਰਾਤ 'ਚ ਨਹੀਂ ਖੜਾ ਕਿ ਜਿਵੇਂ ਮਰਜ਼ੀ ਤੇਰਾ ਜੀ ਕਰੇ ਲੱਤ ਜੀ ਕੱਢ ਕੇ, ਲੱਕ ਜਾ ਕੱਢ ਕੇ, ਕੱਛਾਂ 'ਚ ਹੱਥ ਪਾ ਕੇ ਖੜਾ ਰਹੇਗਾ। ਸੋ ਇਹ ਆ ਰਾਮਦੇਵ ਜਿਹਦੇ ਜਿਹੜਾ ਬੰਦਾ ਬੜਾ ਤਕੜਾ ਆਪਦੀ ਜਿਹਨੇ ਬਹੁਤ ਹੰਕਾਰਿਆ ਫਿਰਦਾ ਸੀ, ਪਰ 4-5 ਹੀ ਅਦਾਲਤੀ ਕਾਰਵਾਈਆਂ ਦੇ ਵਿੱਚ ਇਹਦਾ ਗਰੂਰ ਤੋੜ ਕੇ ਰੱਖ ਦਿੱਤਾ। ਤੇ ਸੁਪਰੀਮ ਕੋਰਟ ਨੇ ਐਲੋਪੈਥੀ ਨੂੰ ਵੀ ਕਿਹਾ, ਇੰਡੀਅਨ ਮੈਡੀਕਲ ਐਸੋਸੀਏਸ਼ਨ ਨੂੰ, ਕਿ ਤੁਸੀਂ ਲੋਕਾਂ ਦੀ ਛਿੱਲ ਪੱਟਣੀ ਬੰਦ ਕਰੋ, ਚੰਮ ਪੱਟਣਾ ਬੰਦ ਕਰੋ ਤੇ ਸਸਤੀਆਂ ਸੇਵਾਵਾਂ ਲੋਕਾਂ ਨੂੰ ਮੁਹੱਈਆ ਕਰਵਾਓ। ਜੇਕਰ ਇਸ ਤਰ੍ਹਾਂ ਨਾ ਹੋਵੇ ਤਾਂ ਸ਼ਾਇਦ ਲੋਕਾਂ ਦਾ ਕਾਨੂੰਨ ਦੇ ਵਿੱਚ ਜਿਹੜਾ ਬਚਦਾ ਖੋਜਦਾ ਭਰੋਸਾ ਉਹ ਵੀ ਨਾ ਬਚੇ। ਬਹੁਤ ਬਹੁਤ ਧੰਨਵਾਦ। ਜਲਦ ਮਿਲਾਂਗੇ।